शिरोमणि अकाली दल के प्रधान सुखबीर सिंह बादल आज लुधियाना दौरे पर रहे। इस मौके उन्होंने हल्का ईस्ट में पड़ते स्लम्स एरिया का भी दौरा किया, जहां उन्होंने समाज के विभिन्न वर्गों के लोगों से मुलाकात कर उनकी समस्या सुनी। इस मौके उन्होंने आश्वासन दिया कि जो अकाली दल द्वारा गरीब लोगों के लिए नीले कार्ड बनाए थे तथा कांग्रेस सरकार ने जिनके भी कार्ड कैंसिल किए हैं, अकाली दल की सरकार आने पर उन्हें फिर से शुरू किया जाएगा। विदेश में पढ़ाई करने वाले इच्छुक विद्यार्थियों के लिए 10 लाख रुपए देने की बात भी कही गई। बिजली मुद्दे पर बोलते हुए उन्होंने कांग्रेस सरकार को आड़े हाथों लिया। इस मौके उन्होंने कहा कि जब अकाली दल सरकार सत्ता में थी तो पंजाब में बिजली सरप्लस थी, व्यापारी वर्ग खुश था। पंजाब में कई थर्मल प्लांट अकाली दल ने चालू करवाए थे, लेकिन कांग्रेस सरकार आते ही बिजली की व्यवस्था पूरी तरह से चरमरा गई। कई घंटों के लंबे कट लगने शुरू हो गए। किसानों के मुद्दे पर बोलते हुए उन्होंने कहा कि शिरोमणि अकाली दल पूरी तरह से किसानों के साथ है। पंजाब में 16 लाख के करीब ट्यूबवेलों के कनेक्शन हैं, जिनमें से 13 लाख से ऊपर कनेक्शन अकाली दल की सरकार ने दिए थे। किसानों को फ्री बिजली भी अकाली दल ने उपलब्ध कराई थी। इस मौके विरोधियों पर तंज कसते हुए सुखबीर सिंह बादल ने कहा कि केजरीवाल जो गारंटी पंजाब में आकर दे रहे हैं, उनकी गारंटी कौन देगा? ये सब लोग झूठी सौगंध खाने के माहिर हैं। आम आदमी पार्टी के पंजाब प्रभारी भगवंत मान ने अपनी मां की सौगंध खाई थी कि वो कभी शराब नहीं पिएंगे। एक मुद्दे पर केजरीवाल ने अपने बच्चों की झूठी सौगंध खाई थी। कैप्टन साहब ने गुटखा साहिब हाथ में पकड़कर 4 हफ्ते में पंजाब से नशा खत्म करने की कसम खाई थी। वो सब आपके सामने है, लेकिन अकाली दल ने जो कहा वो हमेशा पूरा किया है। श्रोमणी अकाली दल के प्रधान सरदार सुखबीर सिंह बादल जी आज हल्का ईस्ट ਦੇ ਵਿੱਚ ਲੁਧਿਆਣਾ ਵਿੱਚ ਪਹੁੰਚੇ ਨੇ। ਲੁਧਿਆਣਾ ਦੇ ਈਸਟ ਦੇ ਹਲਕਾ ਵਿੱਚ ਜਿਹੜੇ ਅੱਜ ਉਮੀਦਵਾਰ ਨੇ ਐਲਾਨੇ ਗਏ ਨੇ ਔਰ ਪਹਿਲਾਂ ਵੀ ਇਸ ਹਲਕੇ ਤੋਂ ਐਮਐਲਏ ਰਹੇ ਨੇ ਰਣਜੀਤ ਸਿੰਘ ਢਿੱਲੋਂ ਜੀ। ਰਣਜੀਤ ਸਿੰਘ ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਪ੍ਰਧਾਨ ਸਪੈਸ਼ਲ ਤੌਰ ਤੇ ਤੁਹਾਡੇ ਹਲਕੇ ਦੇ ਵਿੱਚ ਆਏ ਨੇ ਔਰ ਲੋਕਾਂ ਨੂੰ ਰੂਬਰੂ ਹੋਣਗੇ। ਕੀ ਕਹਿਣਾ ਚਾਹੋਗੇ? ਕਿਸ ਤਰੀਕੇ ਦਾ ਹੁੰਗਾਰਾ ਲੋਕਾਂ ਦਾ? ਪਹਿਲਾਂ ਤਾਂ ਸਭ ਤੋਂ ਤੁਹਾਡਾ ਧੰਨਵਾਦ ਆ ਜੀ, ਸਿਟੀ ਹੋਮ ਚੈਨਲ ਵਾਲੇ ਵੀਰਾਂ ਦਾ ਜੀ, ਮਹਿਰਾ ਜੀ ਤੁਹਾਡਾ ਤੇ ਵਿਨੋਦ ਜੀ ਦਾ। ਅੱਜ ਪ੍ਰਧਾਨ ਜੀ ਨੇ ਵਿਧਾਨ ਸਭਾ ਹਲਕਾ ਪੂਰਬੀ ਨੂੰ 4 ਪ੍ਰੋਗਰਾਮ ਦਿੱਤੇ ਨੇ। ਅੱਛਾ ਜੀ। ਇਹ ਆਮ ਲੋਕਾਂ ਨਾਲ ਮਿਲਣੀਆਂ, ਕੋਈ ਜਲਸੇ, ਕੋਈ ਰੈਲੀਆਂ, ਕੋਈ ਮਜ਼ਾ ਉਹ ਨਹੀਂ ਹੈਗੀਆਂ ਜੀ ਜੀ, ਵੱਡੀਆਂ ਰੈਲੀਆਂ ਨਹੀਂ, ਸਿਰਫ ਇਹ ਅਟਰੈਕਸ਼ਨ ਆ। ਕਿਉਂਕਿ ਸਾਡੇ ਕਿਸਾਨ ਵੀਰਾਂ ਨੇ ਰੈਲੀਆਂ ਤੇ ਪਾਬੰਦੀ ਲਾਈ ਸੀ, ਇਸ ਕਰਕੇ ਅਸੀਂ ਅਟਰੈਕਸ਼ਨ ਰੱਖੀ ਆ ਕਿਸਾਨਾਂ ਤੇ ਇੰਡਸਟਰੀਅਲਿਸਟਾਂ ਨਾਲ। ਤੇ ਸਲਮ ਏਰੀਆ ਦੇ ਵਿੱਚ ਜਾਣਾ ਪ੍ਰਧਾਨ ਜੀ ਨੇ ਵੀ ਸਲਮ ਨੂੰ ਕਿਸ ਤਰ੍ਹਾਂ ਲੋਕ ਰਹਿ ਰਹੇ ਨੇ, ਕਿਸ ਤਰ੍ਹਾਂ ਉਹਨਾਂ ਦਾ ਜੀਵਨ ਬਸਰ ਕਰ ਰਹੇ ਨੇ, ਉਹਨਾਂ ਦੀਆਂ ਕੀ ਜ਼ਰੂਰਤਾਂ ਨੇ ਉਹ ਵੇਖਣੀਆਂ ਨੇ। ਇੰਡਸਟਰੀਅਲਿਸਟਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ ਉਹ ਸੁਣਨੀਆਂ ਨੇ ਔਰ ਵੱਖ-ਵੱਖ ਵਰਗਾਂ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕਰਨਾ। ਕਿਉਂਕਿ ਇਲੈਕਸ਼ਨ ਆਉਣੀ ਆ, ਇਲੈਕਸ਼ਨ ਤੋਂ ਪਹਿਲਾਂ ਸਾਰਾ ਲੀਡਰਸ਼ਿਪ ਨੂੰ ਗਿਆਨ ਹੋਣਾ ਚਾਹੀਦਾ ਵੀ ਸਾਡੇ ਪੰਜਾਬ ਦੇ ਵਿੱਚ ਕੱਲ੍ਹ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਕੀ ਹੋਣ ਵਾਲਾ, ਕੀ ਕਰਨਾ, ਕਿਸ ਏਰੀਆ 'ਚ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਨੇ, ਕਿਸ ਏਰੀਆ 'ਚ ਕਿਸ ਤਰ੍ਹਾਂ ਦੇ ਲੋਕ ਬਸਰ ਕਰਦੇ ਨੇ, ਉਹਨਾਂ ਨੂੰ ਕੀ ਜ਼ਰੂਰਤਾਂ ਨੇ, ਕੀ ਮਜਬੂਰੀਆਂ ਉਹਨਾਂ ਦੀਆਂ, ਉਹ ਦੇਖਣ ਵਾਸਤੇ ਪ੍ਰਧਾਨ ਜੀ ਆ ਰਹੇ ਨੇ ਅੱਜ ਲੁਧਿਆਣਾ ਈਸਟ ਦੇ ਵਿੱਚ। ਤੇ ਈਸਟ ਦੇ ਲੋਕ ਬਿਲਕੁਲ ਉਹਨਾਂ ਨੂੰ ਪਿਆਰ ਕਰਦੇ ਨੇ, ਤਿਆਰ ਬੈਠੇ ਨੇ। ਹਾਂਜੀ, ਜਿਸ ਤਰੀਕੇ ਨਾਲ ਦੂਸਰੀਆਂ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਹੋਵੇ, ਉਹਨਾਂ ਨੇ ਵੀ ਕਮਰ ਕੱਸ ਲਈ ਹੈ ਬਿਗਲ ਵਜਾ ਤੇ 2 ਵਾਰੀ ਕੇਜਰੀਵਾਲ ਇੱਥੇ ਆ ਚੁੱਕੇ ਨੇ ਔਰ ਗਰੰਟੀਆਂ ਦੇ ਚੁੱਕੇ ਨੇ। ਕਿ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਵੀ ਆਪਣੇ ਮੈਨੀਫੈਸਟੋ ਨੂੰ ਇਸ ਤਰੀਕੇ ਨਾਲ ਤਿਆਰ ਕਰ ਰਹੇ ਹੋ ਵੀ ਗਰਾਊਂਡ ਲੈਵਲ ਤੇ ਪਹਿਲਾਂ ਦੇਖ ਲਈਏ ਕਿ ਗਰੰਟੀ ਦੇਣ ਤੋਂ ਪਹਿਲਾਂ, ਕਿਉਂਕਿ ਵਾਅਦੇ ਤਾਂ ਬਹੁਤ ਹੋਏ, ਕਾਂਗਰਸ ਨੇ ਵੀ ਬੜੇ ਵਾਅਦੇ ਕੀਤੇ, ਸਹੁੰ ਵੀ ਖਾਧੀਆਂ, ਤੁਸੀਂ ਹੁਣ ਕਿਸ ਤਰੀਕੇ ਨਾਲ ਅਗਲਾ ਮੈਨੀਫੈਸਟੋ ਤਿਆਰ ਕਰ ਰਹੇ ਹੋ? ਦੇਖੋ ਉਹ ਦੋਨੇ ਪਾਰਟੀਆਂ ਸਹੁੰਆਂ ਦੀਆਂ ਪਾਰਟੀਆਂ ਨੇ, ਉਹਨਾਂ ਦਾ ਕੋਈ ਆਧਾਰ ਨਹੀਂ। ਉਹਨਾਂ ਨੇ ਜਿਹੜੀਆਂ ਸਹੁੰ ਖਾਧੀਆਂ ਸੀ ਉਹ ਪੂਰੀਆਂ ਨਹੀਂ ਕੀਤੀਆਂ। ਚਾਹੇ ਉਹ ਕੇਜਰੀਵਾਲ ਹੋਵੇ, ਉਹਨੇ ਆਪਣੇ ਬੱਚਿਆਂ ਦੇ ਸਿਰ ਤੇ ਸਹੁੰ ਖਾ ਕੇ ਮੁੱਕਰਿਆ, ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰੇ ਨੇ ਔਰ ਭਗਵੰਤ ਆਪਣੀ ਮਾਂ ਦੀ ਸਹੁੰ ਖਾ ਕੇ ਮੁੱਕਰਿਆ। ਇਸ ਕਰਕੇ ਗਰੰਟੀ ਉਹਦੀ ਹੁੰਦੀ ਹੈ ਜਿਹੜਾ ਬੰਦਾ ਕਿਤੇ ਸਿੱਧਰ ਹੋਵੇ, ਜਿਹੜਾ ਬੰਦਾ ਘੱਟੋ ਘੱਟ ਆਪਣੇ ਬੱਚਿਆਂ ਦੀ ਸਹੁੰ ਖਾ ਕੇ ਮੁੱਕਰਨ ਵਾਲੇ ਦੀ ਕਾਹਦੀ ਗਰੰਟੀ, ਉਹਦੀ ਕਾਹਦੀ ਗਰੰਟੀ? ਕੌਣ ਪੰਜਾਬੀ ਮੰਨੂਗਾ? ਪੰਜਾਬੀ ਲੋਕ ਬੜੇ ਅਵੇਅਰ ਨੇ, ਬੜੇ ਜਾਗਰੂਕ ਨੇ, ਬੜੇ ਨੌਲੇਜ ਰੱਖਦੇ ਨੇ ਔਰ ਰਾਜਨੀਤੀ ਦੇ ਵਿੱਚ ਬੜਾ ਇਹਨਾਂ ਨੂੰ ਗਿਆਨ ਆ। ਇਸ ਕਰਕੇ ਐਸੇ ਝੂਠੇ ਬੰਦਿਆਂ ਦੀ ਸਹੁੰ 'ਤੇ ਕੌਣ ਯਕੀਨ ਕਰੂਗਾ? ਜਿਹੜੇ ਆਪਣੇ ਬੱਚਿਆਂ ਦੀ ਸਹੁੰ ਖਾ ਕੇ ਮੁੱਕਰ ਗਏ, ਜਿਹੜੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ, ਜਿਹੜੇ ਮਾਂ ਦੀ ਸਹੁੰ ਖਾ ਕੇ ਮੁੱਕਰ ਗਏ, ਉਹਨਾਂ ਲੋਕਾਂ ਦੇ ਉੱਤੇ ਕੋਈ ਯਕੀਨ ਨਹੀਂ ਗਾ ਪੰਜਾਬ ਦੇ ਲੋਕਾਂ ਨੂੰ। ਔਰ ਸ਼੍ਰੋਮਣੀ ਅਕਾਲੀ ਦਲ ਉਹ ਇੱਕ ਪੰਜਾਬ ਦੀ ਵਾਰਸ ਪਾਰਟੀ ਆ, ਮਾਂ ਪਾਰਟੀ ਆ, ਜਿਹਨੇ ਜੋ ਕਿਹਾ ਤੇ ਉਹ ਕੀਤਾ। ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਇੱਕ ਗੱਲ ਬੜੀ ਮਸ਼ਹੂਰ ਆ, ਕੈਪਟਨ ਸਾਹਿਬ ਨੇ ਵੀ ਇਹ ਗੱਲ ਸੀ ਵੀ ਇਹ ਵਾਅਦੇ ਦਾ ਬੜਾ ਪੱਕਾ, ਜੋ ਕਹਿੰਦਾ ਉਹ ਪੂਰਾ ਕਰਦਾ। ਔਰ ਅੱਜ ਇਹ ਇਤਿਹਾਸ ਗਵਾਹ ਵਾ ਵੀ ਜੋ ਉਹਨਾਂ ਨੇ ਕਿਹਾ, ਚਾਹੇ ਉਹਨਾਂ ਦੇ ਮੂੰਹੋਂ ਵੀ ਨਿਕਲ ਗਈ, ਉਹ ਵੀ ਗੱਲ ਉਹਨਾਂ ਨੇ ਪੂਰੀ ਕੀਤੀ। ਸੋ ਇਸ ਕਰਕੇ ਅੱਜ ਜੋ ਪੰਜਾਬ ਦੇ ਲੋਕਾਂ ਨਾਲ ਉਹਨਾਂ ਨੇ ਕੁਝ ਵਾਅਦੇ ਕੀਤੇ ਨੇ, 2000 ਰੁਪਈਆ ਪ੍ਰਤੀ ਘਰ, 400 ਯੂਨਿਟ ਬਿਜਲੀ, 10 ਲੱਖ ਦਾ ਇਲਾਜ ਜਾਂ ਹੋਰ ਕਈ ਨੇ ਇੱਦਾਂ ਦੇ 13 ਵਾਅਦੇ ਨੇ। ਤੇ ਉਹਦੇ 'ਤੇ ਸਾਨੂੰ ਪੂਰਨ ਯਕੀਨ ਆ ਵੀ ਉਹ ਆਪਣੇ ਪਿਛਲੇ ਰਿਕਾਰਡ ਦੀ ਤਰ੍ਹਾਂ ਉਹਨਾਂ ਵਾਅਦਿਆਂ ਨੂੰ ਪੂਰਾ ਕਰਨਗੇ।
ਯਕੀਨ ਦੀ ਗੱਲ ਕੀਤੀ ਤੁਸੀਂ, ਜਿਸ ਤਰੀਕੇ ਨਾਲ ਲੋਕ ਯਕੀਨ ਕਰਨਾ ਚਾਹੁੰਦੇ ਨੇ। ਹੁਣ ਤੁਸੀਂ ਕਹਿਤਾ ਵਾਅਦੇ ਵੀ ਖਤਮ ਹੋ ਗਏ, ਸਹੁੰ ਤੋਂ ਵੀ ਲੋਕੀ ਭੁੱਲ ਗਏ ਵੀ ਸਹੁੰ ਜਿਹੜੀ ਹੈਗੀ ਅਸੀਂ ਨਹੀਂ ਯਕੀਨ ਕਰਦੇ। ਤੁਸੀਂ ਕਿੱਦਾਂ ਯਕੀਨ ਕਰਾਓਗੇ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਲੋਕਾਂ ਤੇ ਯਕੀਨ ਭਰੋਸਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ ਦਿੱਤਾ, ਕਿਉਂਕਿ ਮੈਨੀਫੈਸਟੋ ਤੇ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਗੱਲ ਹੋ ਰਹੀ ਹੈ, ਉਹ ਕਹਿੰਦੇ ਵੀ ਇਹਨੂੰ ਰਿਸਪੌਂਸੀਬਲ ਬਣਾਓ, ਇਹਨੂੰ ਈਵਨ ਸਟਾਮ ਤੇ ਲਗਾਓ, ਕੱਲ੍ਹ ਨੂੰ ਵਾਅਦੇ ਪੂਰੇ ਨਹੀਂ ਕਰਦੇ ਤਾਂ ਉਹਦੇ ਤੇ ਕੋਈ ਐਕਸ਼ਨ ਹੋਣਾ ਚਾਹੀਦਾ, ਚਾਹੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਪਿਛਲੇ ਵਾਅਦੇ ਜਿਹੜੇ ਹੈਗੇ ਤੁਸੀਂ ਆਪ ਸੁਣਾਤਾ ਵੀ ਉਹ ਖਵਾਂ ਖਾਂਗੇ ਭੁੱਲ ਗਏ। ਹੁਣ ਤੁਸੀਂ ਵੀ ਆਪਣਾ ਮੈਨੀਫੈਸਟੋ ਕਿੱਦਾਂ ਯਕੀਨੀ ਬਣਾ ਰਹੇ ਹੋ? ਦੇਖੋ, ਅਸੀਂ ਅਕਾਲੀ ਦਲ ਦੀ ਤਾਂ ਇਹ ਡਿਮਾਂਡ ਆ ਵੀ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ, ਤਾਂ ਜੋ ਕੋਈ ਗੱਲ ਇਹਦੇ ਤੇ ਜੇ ਨਾ ਖਰਾ ਉਤਰੇ ਤੇ ਉਹਦੇ ਤੇ ਕਾਰਵਾਈ ਹੋਵੇ ਤੇ ਉਹਦੀ ਮਾਨਤਾ ਰੱਦ ਹੋਵੇ ਪਾਰਟੀ ਦੀ। ਸਾਡੀ ਇਹ ਮੰਗ ਆ ਸ਼ੁਰੂ ਤੋਂ। ਅਸੀਂ ਜਿਹੜਾ ਵਾਅਦਾ ਕੀਤਾ ਪਹਿਲਾਂ ਵੀ, ਚਾਹੇ ਆਟੇ ਦਾਲ ਦਾ ਕੀਤਾ ਸੀ, ਚਾਹੇ 100 ਸਰਪਲਸ ਬਿਜਲੀ ਦਾ ਕੀਤਾ ਸੀ, ਚਾਹੇ 6 ਲੇਨ 4 ਲੇਨ ਦਾ ਕੀਤਾ ਸੀ, ਜੋ ਵਾਅਦੇ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਪੂਰੇ ਕੀਤੇ ਆ। ਇਤਿਹਾਸ ਗਵਾਹ ਵਾ। ਜਦੋਂ ਇਤਿਹਾਸ ਗਵਾਹ ਵਾ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਸਾਡੇ ਕੋਲ ਪ੍ਰਤੱਖ ਐਵੀਡੈਂਸ ਨੇ ਇਸ ਗੱਲ ਦੇ ਵੀ ਅਸੀਂ ਜੋ ਕਿਹਾ ਸੀ ਉਹ ਕੀਤਾ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਾਡੇ ਤੇ ਭਰੋਸਾ ਕਰਨ ਦੇ ਵਿੱਚ ਹਿਚਕਚਾਹਟ ਨਹੀਂ ਹੋ ਸਕਦੀ। ਸਿਰਫ ਤੇ ਸਿਰਫ ਕਾਂਗਰਸ ਝੂਠੇ ਵਾਅਦੇ ਕਰਕੇ, ਆਪ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਇਸ ਕਰਕੇ ਇਹਨਾਂ ਤੇ ਯਕੀਨ ਕਰਨਾ, ਮੈਂ ਸਮਝਦਾ ਵੀ ਆਪਣੇ ਪੈਰੀਂ ਕੁਹਾੜਾ ਮਾਰਨ ਵਾਲੀ ਗੱਲ ਆ। ਇਹ ਸਨ ਰਣਜੀਤ ਸਿੰਘ ਢਿੱਲੋਂ, ਜਿਹੜੇ ਇੱਥੇ ਹਲਕਾ ਈਸਟ ਦੇ ਵਿੱਚ ਐਸੇ ਕੈਂਡੀਡੇਟ ਨੇ। ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਅੱਜ ਆਸ਼ੀਰਵਾਦ ਦੇਣ ਆ ਰਹੇ ਨੇ ਔਰ ਹਲਕੇ ਦਾ ਦੌਰਾ ਕਰਨ ਆ ਰਹੇ ਨੇ। ਸਾਡੇ ਨਾਲ ਹੀ ਖੜੇ ਨੇ ਸਾਬਕਾ ਕਾਉਂਸਲਰ। ਹਾਂਜੀ ਸੰਧੂ ਸਾਹਿਬ, ਗਿੱਲ ਸਾਹਿਬ, ਕੀ ਕਰਨਾ ਚਾਹੁੰਦੇ? ਦੇਖੋ ਜੀ, ਜੋ ਆਪਣੇ ਐਮਐਲਏ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ, ਜੋ ਵੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੰਮ ਹੋਇਆ, ਕਿ ਜਿੰਨਾ ਵੀ ਇਹ ਵੀ ਹਲਕਾ ਲੈ ਲਓ ਤੁਸੀਂ, ਅੱਜ ਜਿੰਨੇ ਸਾਡੇ ਮੈਂ ਇੱਥੇ 10 ਸਾਲ ਕਾਉਂਸਲਰ ਆ, ਇਲਾਕੇ ਦੇ ਵਿੱਚ ਵੀ ਜਿਹੜੇ ਕੰਮ ਅਸੀਂ ਕਰਾਏ ਉਹ ਹੋਏ। ਉਸ ਤੋਂ ਬਾਅਦ ਕੋਈ ਜੇ ਇਹਨਾਂ ਕੋਲ ਸਾਡੀਆਂ ਸੜਕਾਂ ਬਣਾਈਆਂ ਤੇ ਝਾੜੂ ਵੀ ਨਹੀਂ ਵੱਜਾ। ਕੋਈ ਝੂਠ ਬੋਲ ਕੇ ਜੀ ਆਹ ਕਰ ਦਾਂਗੇ, ਉਹ ਕਰ ਦਾਂਗੇ। ਤੁਹਾਂ ਵੇਖਿਆ ਜਾ ਹੁਣ ਤੱਕ ਇੱਧਰੋਂ ਕਿਤੇ ਪਾਣੀ ਨਹੀਂ ਇਹ ਸਾਂਭ ਸਕੇ। ਕਿਹੜੇ ਐਵੇਂ ਰੋਡਾਂ 'ਤੇ ਜਨਰੇਟਰ ਲਾ ਕੇ ਪਾਣੀ ਕੱਢਿਆ। ਸਾਡੇ ਇਲਾਕੇ ਡਿਵੈਲਪਮੈਂਟ ਹੋਈ ਆ, ਜੋ ਜਿੰਨਾ ਵੀ ਕੰਮ ਹੋਇਆ ਇਹ ਸਾਰਾ ਰਣਜੀਤ ਸਿੰਘ ਢਿੱਲੋਂ ਜਦੋਂ ਐਮਐਲਏ ਸਾਡੀ ਸਰਕਾਰ ਸੀ, ਤਕਰੀਬਨ ਅਸੀਂ ਆ ਜਿੱਥੇ ਮੰਦਿਰ 'ਚ ਖੜੇ ਆ, ਗੁਰਦੁਆਰੇ ਖੜੇ ਆ, ਨਾਲ ਸਾਰੇ ਕਮਿਊਨਿਟੀ ਹਾਲ ਆ ਜਾਂ ਸਟੇਡੀਅਮ ਆ, ਜਿੰਨੇ ਸਾਰੇ ਬਾਲ ਸਾਹਿਬ ਨੇ ਉਦੋਂ ਸਾਨੂੰ ਦਿੱਤੇ ਸੀ, ਤੇ ਉਹ ਅਜੇ ਇਹਨਾਂ ਨੇ ਤਾਂ ਕੋਈ ਇੱਥੇ ਇੱਟ ਵੀ ਨਹੀਂ ਲਾਈ। ਐਵੇਂ ਵਾਅਦੇ ਕਰੀ ਜਾਂਦੇ ਆ। ਜਿਹੜਾ ਕੈਪਟਨ ਆ ਉਹਦਾ ਤਾਂ ਦੇਖ ਲਓ, ਜਿਹੜੀ ਸਹੁੰ ਖਾਧੀ ਸੀ ਉਹ ਤਾਂ ਗੁਰੂ ਮਹਾਰਾਜ ਵੱਲੋਂ ਆਪੇ ਉਹਨਾਂ ਨੂੰ ਫਲ ਮਿਲ ਗਿਆ ਜਿਹੜਾ ਮਿਲਣਾ ਸੀ। ਅਸੀਂ ਤਾਂ ਇਹੋ ਅਪੀਲ ਕਰਦੇ ਫਿਰ ਇਹ ਸਰਕਾਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਬਣਾਓ, ਕਿਉਂਕਿ ਜਿਹੜੇ ਕੰਮ ਰਹਿੰਦੇ ਆ ਉਹ ਵੀ ਪੂਰੇ ਹੋਣਗੇ। ਤੇ ਆ ਜਿਹੜੇ ਝੂਠੇ ਲੋਕ ਐਵੇਂ ਝੂਠ ਬੋਲ ਕੇ ਇਹੋ ਜਿਹੀਆਂ ਗੱਲਾਂ ਕਰਦੇ, ਇਸ ਤਰ੍ਹਾਂ ਸਰਕਾਰਾਂ ਨੇ ਚੱਲਦੀਆਂ। ਮੈਂ ਫੇਰ ਆਓ ਰਲ ਮਿਲ ਕੇ ਕੋਈ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਈਏ, ਜੋ ਜਿਹੜਾ ਪੰਜਾਬ ਨੂੰ ਤਰੱਕੀਆਂ ਤੇ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਮੰਦਿਰ ਦੇ ਵਿੱਚ ਮੀਟਿੰਗ ਰੱਖੀ ਗਈ ਸਪੈਸ਼ਲ ਤੌਰ ਤੇ ਹਿੰਦੂ ਭਾਈਚਾਰੇ ਨੂੰ ਮਿਲਾ ਕੇ, ਕੀ ਕਹਿਣਾ ਚਾਹੋਗੇ? ਤੇ ਮੀਟਿੰਗ ਰੱਖੀ ਗਈ ਹੈ ਤੇ ਮਤਲਬ ਸਕਸੈਸ ਹੋਏਗੀ ਹੈ ਆਪਣਾ। ਤੁਸੀਂ ਕੀ ਮੰਗ ਕਰਦੇ ਹੋ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ? ਤੇ ਉਹਨਾਂ ਦੇ ਜਿਹੜੇ ਵਾਅਦੇ ਹੈਗੇ ਸੀ, ਵਾਅਦੇ ਜਿਹੜੇ ਉਹਨਾਂ ਨੇ ਕੀਤੇ ਸੀਗੇ, ਸਾਰੇ ਉਹ ਪੂਰੇ ਹੋਣਗੇ ਜੀ। ਮੇਨ ਉਹਨਾਂ ਦਾ ਇਹੀ ਹੈ ਜੀ, ਸਾਰੇ ਪੂਰੇ ਹੋਣਗੇ। ਮਿਹਰਬਾਨੀ। ਸਾਡੇ ਨਾਲ ਖੜੇ ਨੇ ਸਰਦਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਨੇ। ਹਾਂਜੀ, ਕੀ ਕਹਿਣਾ ਚਾਹੋਗੇ ਜੀ? ਅੱਜ ਸੁਖਬੀਰ ਸਿੰਘ ਬਾਦਲ ਹਲਕਾ ਈਸਟ ਦੇ ਵਿੱਚ ਆਏ ਨੇ, ਤਾਂ ਈਸਟ ਤੋਂ ਹਲਕਾ ਦੇ ਵਿੱਚ ਥੋੜ੍ਹੀਆਂ ਵੋਟਾਂ ਨਾਲੋਂ ਤੁਹਾਡੀ ਜਿਹੜੀ ਸੀਟ ਖੁੰਝ ਗਈ ਸੀ। ਕੀ ਕਹਿਣਾ ਚਾਹੋਗੇ? ਕਿਉਂਕਿ ਕਾਂਗਰਸ ਨੇ ਬਹੁਤ ਦਾਅਵੇ ਕੀਤੇ ਵੀ ਮੈਂ ਇਸ ਈਸਟ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ। ਸਮਝਦੇ ਹੋ ਤੁਸੀਂ ਇਸ ਇਲਾਕੇ 'ਚ ਵਿਕਾਸ ਹੋਇਆ? ਦੇਖੋ, ਵਿਕਾਸ ਤਾਂ ਕਿਤੇ ਵੀ ਦਿਸ ਨਹੀਂ ਰਿਹਾ। ਹਰੇਕ ਜਗ੍ਹਾ ਹੀ ਸੜਕਾਂ ਟੁੱਟੀਆਂ ਪਈਆਂ ਨੇ, ਪਾਣੀ ਥਾਂ ਤੇ ਖੜਿਆ ਹੋਇਆ, ਸੀਵਰੇਜ ਜਾਮ ਨੇ। ਇਹਦੇ ਕਰਕੇ ਵਿਕਾਸ ਨਾਂ ਦੀ ਤਾਂ ਕੋਈ ਚੀਜ਼ ਦਿਸ ਨਹੀਂ ਰਹੀ। ਔਰ ਕਾਂਗਰਸ ਦੇ ਵਿੱਚ ਘਰੇਲੂ ਕਲੇਸ਼ ਹੋਣ ਦੇ ਕਰਕੇ ਇਸ ਵਾਰ ਲੋਕਾਂ ਦਾ ਜਿਹੜਾ ਰੁਝਾਨ ਆ ਕਾਂਗਰਸ ਤੋਂ ਬਿਲਕੁਲ ਉਲਟਾ। ਸਾਡੇ ਪ੍ਰਧਾਨ ਜੀ ਇੱਥੇ ਰਾਮ ਦਰਬਾਰ ਮੰਦਿਰ 'ਚ ਮੱਥਾ ਟੇਕਣ ਆ ਰਹੇ ਨੇ ਤੇ ਧਰਮ ਨਿਰਪੱਖਤਾ ਨੂੰ ਦਰਾਉਂਦੇ ਹੋਏ ਉਹਨਾਂ ਦਾ ਜਿਹੜਾ ਆਪਣਾ ਇੱਥੇ ਦਾ ਦੌਰਾ, ਸਾਰੇ ਭਾਈਚਾਰੇ ਇਕੱਠੇ ਹੋ ਕੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਤੇ ਅਕਾਲੀ ਦਲ ਦਾ ਸਾਥ ਦੇ ਰਹੇ ਨੇ। ਸਾਡੇ ਨਾਲ ਖੜੇ ਢਿੱਲੋਂ ਸਾਹਿਬ। ਕਮਲਜੀਤ ਜੀ, ਕੀ ਕਹਿਣਾ ਚਾਹੋਗੇ? ਅੱਜ ਖਾਸ ਤੌਰ ਤੇ ਸੁਖਬੀਰ ਬਾਦਲ ਜੀ, ਮੈਂ ਦੇਖਿਆ ਵੀ ਹਿੰਦੂ ਚਿਹਰੇ ਨੂੰ ਅੱਗੇ ਲਿਆ ਰਹੇ ਨੇ ਔਰ ਹਿੰਦੂਆਂ ਦੀ ਜਿਹੜੀਆਂ ਵੋਟਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੁੰਗਾਰਾ ਦੇ ਰਹੇ ਨੇ। ਅੱਜ ਸਪੈਸ਼ਲ ਤੌਰ ਤੇ ਰਾਮ ਦਰਬਾਰ ਦੇ ਵਿੱਚ ਮੀਟਿੰਗ ਰੱਖੀ ਗਈ ਆ, ਫਿਰ ਹੋਰ ਵੀ ਹਿੰਦੂ ਭਾਈਚਾਰੇ ਨਾਲ ਮੀਟਿੰਗਾਂ ਚੱਲਦੀਆਂ ਪਈਆਂ। ਕੀ ਸਮਝਦੇ ਹੋ ਵੀ ਸਾਰਾ ਹਿੰਦੂ ਭਾਈਚਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲ ਰਿਹਾ? ਦੇਖੋ ਮੇਰਾ ਸਾਹਿਬ, ਜਿਹੜੀ ਅੱਜ ਪਹਿਲੀ ਗੱਲ ਤਾਂ ਸਾਡਾ ਬੜਾ ਭਾਗਾ ਵਾਲਾ ਦਿਨ ਹੈ ਵੀ ਅੱਜ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅੱਜ ਹਲਕਾ ਪੂਰਬੀ ਦਾ ਦੌਰਾ ਕਰ ਰਹੇ ਨੇ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਪਹਿਲਾਂ ਤੋਂ ਹੀ ਇਹ ਦੇਣ ਰਹੀ ਹੈ ਵੀ ਹਰ ਧਰਮ ਨੂੰ ਨਾਲ ਲੈ ਕੇ ਚੱਲਣ ਦੀ, ਕਿਉਂਕਿ ਉਹਨਾਂ ਨੇ ਸਮੁੱਚੇ ਪੰਜਾਬ ਦੇ ਵਿੱਚ ਕਦੀ ਵੀ ਕੋਈ ਕਾਣੀ ਬਣ ਜਾਂ ਕਿਸੇ ਜਾਤ ਪਾਤ ਧਰਮ ਦੇ ਉੱਤੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਉਹਨਾਂ ਦਾ ਸ਼ੁਰੂ ਤੋਂ ਹੀ ਧਿਆਨ ਹੈ ਵੀ ਸਾਰੀਆਂ ਧਰਮ ਨੂੰ ਨਾਲ ਲੈ ਕੇ ਇੱਕ ਵਧੀਆ ਸਰਕਾਰ ਬਣਾਉਣੀ ਆ
ਹੁਣ ਜੋ ਦਿਖ ਰਿਹਾ 2022 ਦੇ ਵਿੱਚ ਹਰ ਭਾਈਚਾਰੇ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਲੱਗਦਾ 2022 ਤੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਨ ਜਾ ਰਹੀ ਹੈ ਤੇ ਸਾਡੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ। ਇਸ ਹਲਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੀ ਨੇ ਕਮਿਊਨਿਟੀ ਹਾਲ ਦੇ ਨੀਂਹ ਪੱਥਰ ਰਖਾਇਆ, ਹੋਰ ਵੀ ਗੁਰਦੁਆਰਾ ਮੰਦਿਰਾਂ ਦੇ ਨੀਂਹ ਪੱਥਰ ਰਖਾਏ ਔਰ ਦੇਖਿਆ ਗਿਆ ਵੀ ਸਾਰੇ ਜਗ੍ਹਾ ਹੁਣ ਸੀਵਰੇਜ ਦੀ ਸਮੱਸਿਆ ਤਾਂ ਕਦੀ ਹੱਲ ਹੀ ਨਹੀਂ ਹੋਈ। ਜਦੋਂ ਵੀ ਬਰਸਾਤ ਹੁੰਦੀ ਆ ਗੋਡੇ ਗੋਡੇ ਪਾਣੀ, ਐਕਸੀਡੈਂਟ ਬਹੁਤ ਹੁੰਦੇ ਨੇ। ਦੇਖੋ ਇਸ ਹਲਕੇ ਦਾ ਜਿਹੜਾ ਵਿਕਾਸ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ ਹੀ ਕਰਵਾ ਸਕੇ, ਕਿਉਂਕਿ ਇਹ ਹਲਕਾ ਬੜਾ ਸਲਮ ਏਰੀਆ ਸੀਗਾ ਜਿਹਨੂੰ ਅੱਜ ਜਿਹੜੀਆਂ ਡਿਵੈਲਪਮੈਂਟ ਦੇ ਪੱਖੋਂ ਇਹ ਹਲਕਾ ਜਦੋਂ ਚੱਕਿਆ, ਇਸ ਹਲਕੇ 'ਚ ਲੋਕਾਂ ਨੂੰ ਮੰਨਣ ਲੱਗ ਗਏ ਸੀ ਵੀ ਲੁਧਿਆਣੇ 'ਚ ਕੋਈ ਹਲਕਾ ਈਸਟ ਵੀ ਹੈਗਾ। ਮਗਰ ਉਸ ਤੋਂ ਇਲਾਵਾ ਹੁਣ ਜਦੋਂ ਇਹ 5 ਸਾਲ ਸਾਨੂੰ ਨਹੀਂ ਮੌਕਾ ਮਿਲਿਆ ਤਾਂ ਦੁਬਾਰਾ ਇਹ ਹਾਲਾਤ ਪੈਦਾ ਸ਼ੁਰੂ ਹੋ ਗਏ ਕਿ ਹਲਕਾ ਫਿਰ ਦੁਬਾਰਾ ਬੈਕਵਰਡ ਪਾਸੇ ਵੱਲ ਜਾਣਾ ਸ਼ੁਰੂ ਹੋ ਗਿਆ। ਹਾਂਜੀ, ਸਾਡੇ ਨਾਲ ਖੜੇ ਨੇ ਹਲਕਾ ਰਾਏਕੋਟ ਦੇ ਇੰਚਾਰਜ ਨੇ ਬਲਵਿੰਦਰ ਸੰਧੂ ਜੀ, ਜਿਹੜੇ ਕਾਉਂਸਲਰ ਵੀ ਰਹੇ ਨੇ ਇਸ ਇਲਾਕੇ ਦੇ। ਤੁਸੀਂ ਵੀ ਇਸ ਇਲਾਕੇ ਦੀ ਨੁਮਾਇੰਦਗੀ ਕੀਤੀ ਆ। ਦੇਖਿਆ ਜਾ ਰਿਹਾ ਵੀ ਇਸ ਨੁਮਾਇੰਦੇ ਵਿੱਚ ਘੱਟੋ ਘੱਟ ਸੀਵਰੇਜ ਔਰ ਪੀਣ ਵਾਲਾ ਪਾਣੀ ਜਦੋਂ ਵੀ ਬਰਸਾਤ ਹੁੰਦੀ ਆ ਬਹੁਤ ਬੁਰਾ ਹਾਲ ਹੈ। ਸੁਖਬੀਰ ਸਿੰਘ ਬਾਦਲ ਜੀ ਨੇ ਇੱਥੇ ਨੀਂਹ ਪੱਥਰ ਵੀ ਰੱਖੇ, ਕਮਿਊਨਿਟੀ ਹਾਲ ਦੇ ਹੋਰ ਬੜਾ ਡਿਵੈਲਪਮੈਂਟ ਕੀਤੀ ਆ। ਤੇ ਹੁਣ ਤੁਸੀਂ ਤਾਂ ਰਾਏਕੋਟ ਹਲਕੇ ਦੇ ਵਿੱਚੋਂ ਕੀ ਕਹਿਣਾ ਚਾਹੋਗੇ? ਰਾਏਕੋਟ ਹਲਕੇ ਦਾ ਵੀ ਬਹੁਤ ਬੁਰਾ ਹਾਲ ਹੈ, ਮੈਂ ਦੇਖਿਆ। ਦੇਖੋ ਅੱਜ ਤੱਕ ਦਾ ਇਤਿਹਾਸ ਆ, ਜਿੰਨੀ ਵੀ ਡਿਵੈਲਪਮੈਂਟ ਹੋਈ ਆ ਉਹ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਆ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਤੇ ਉਹਨਾਂ ਦੇ ਸਾਥੀਆਂ ਦੀ ਡਿਵੈਲਪਮੈਂਟ ਉਸੇ ਟਾਈਮ ਹੋਈ ਆ। ਕਾਂਗਰਸ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਕਾਂਗਰਸ ਨੇ ਝੂਠੇ ਲਾਰਿਆਂ ਤੋਂ ਇਲਾਵਾ, ਕਰਪਸ਼ਨ ਤੋਂ ਇਲਾਵਾ ਇਹਨਾਂ ਦਾ ਹੋਰ ਕੋਈ ਏਜੰਡਾ ਨਹੀਂ ਹੁੰਦਾ। ਲੁੱਟ ਖੋਹ ਕਰਨੀ ਤੇ ਡਿਵੈਲਪਮੈਂਟ ਦਾ ਤਾਂ ਕੋਈ ਨਾਂ ਨਹੀਂ। ਔਰ ਦੂਸਰੀ ਹੁਣ ਆਪਾਂ ਹੁਣੇ ਜਿਹੜਾ ਲੇਟੈਸਟ ਐਪੀਸੋਡ ਹੋਇਆ ਕਿ ਕਾਂਗਰਸ ਸਰਕਾਰ ਨੇ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਿ ਪਿਛਲੇ 4.5 ਸਾਲ ਕਿਤੇ ਗਏ ਨਹੀਂ, ਕਿਸੇ ਦਾ ਕੋਈ ਦੁੱਖ ਨਹੀਂ ਸੁਣਿਆ, ਆਪਣੇ ਮੰਤਰੀਆਂ MLA ਨੂੰ ਨਹੀਂ ਮਿਲੇ, ਤੇ ਅੱਜ ਉਹਨਾਂ ਨੇ ਕੀ ਕੀਤਾ? ਅੱਜ ਇੱਕ ਚੰਨੀ ਨੂੰ ਮੂਹਰੇ ਲਾ ਕੇ ਡੱਬੇ ਉਹੀ ਨੇ, ਇੰਜਣ ਬਦਲ ਕੇ ਆਪਣੀ ਕੋਸ਼ਿਸ਼ ਕਰੀ ਆਪਣੀ ਸ਼ਾਖਾ ਬਚਾਉਣ ਨੂੰ ਕਾਂਗਰਸ ਨੇ, ਲੇਕਿਨ ਇਹਦਾ ਹੋਣਾ ਕੁਛ ਨਹੀਂ। ਜਿੰਨੀ ਵੀ ਡਿਵੈਲਪਮੈਂਟ ਅੱਜ ਤੱਕ ਹੋਈ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਤੇ, ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਤੇ ਹੋਈ ਹੈ। ਅੱਜ ਹਾਂਜੀ, ਹਲਕਾ ਰਾਏਕੋਟ ਬਾਰੇ ਕੀ ਕਹਿਣਾ ਚਾਹੋਗੇ? ਹਲਕਾ ਰਾਏਕੋਟ ਦੇ ਵਿੱਚ ਕਿਸ ਤਰੀਕੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਉੱਥੇ ਕੰਮ ਕਰ ਰਿਹਾ ਤੇ ਲੋਕਾਂ ਦਾ ਕੀ ਹੁੰਗਾਰਾ ਕਿ ਸੀਟ ਜਿੱਤੋਗੇ ਉੱਥੋਂ? ਬਿਲਕੁਲ ਜਿੱਤਾਂਗੇ। 2022 ਦੀ ਜਿਹੜੀ ਸਰਕਾਰ ਆ ਉਹ ਕੰਧ ਦੇ ਉੱਤੇ ਲਿਖਿਆ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਆਊਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਬਾਕੀ ਜਿੱਥੋਂ ਤੱਕ ਤੁਸੀਂ ਰਾਏਕੋਟ ਦੀ ਗੱਲ ਕਰੀ ਆ, ਰਾਏਕੋਟ ਦੇ ਵਿੱਚ ਬਹੁਤ ਡਿਵੈਲਪਮੈਂਟ ਹੋਣ ਵਾਲੀ ਆ। ਡਾਕਟਰ ਅਮਰ ਸਿੰਘ ਭਾਵੇਂ MP ਨੇ ਉੱਥੋਂ, ਲੇਕਿਨ ਉਹਨਾਂ ਨੇ ਹੁਣ ਤੱਕ ਕੋਈ ਵੀ ਉੱਥੇ ਇਹੋ ਜਿਹਾ ਕੋਈ ਵਧੀਆ ਬੱਚਿਆਂ ਦੀ ਸਿੱਖਿਆ ਲਈ ਸਕੂਲ ਲਈ ਕੋਈ ਡਿਵੈਲਪ ਕਰਿਆ, ਕੋਈ ਉਹਨਾਂ ਨੇ ਕੋਈ ਹਸਪੀਟਲ ਲਈ ਨਹੀਂ ਕੋਈ ਜਗ੍ਹਾ ਜਾਂ ਕੋਈ ਡਿਵੈਲਪਮੈਂਟ ਉਹ ਹਸਪੀਟਲ ਬਣਾਇਆ ਹੋਵੇ, ਕੋਈ ਵੀ ਇਹੋ ਜਿਹਾ ਕੰਮ ਨਹੀਂ ਡਿਵੈਲਪਮੈਂਟ ਵਾਲਾ ਜਿਹੜਾ ਸਹੂਲਤ ਜਿਹੜੀ ਹੈ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੋਵੇ। ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਕੰਧ ਤੇ ਲਿਖਿਆ ਸੁਖਬੀਰ ਸਿੰਘ ਬਾਦਲ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਸਰਕਾਰ ਆ ਰਹੀ ਹੈ, ਹੁਣ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਵੀ ਹੋ ਗਿਆ ਹੈ। ਕੀ ਸਮਝਦੇ ਹੋ ਵੀ ਹਿੰਦੂ ਭਾਈਚਾਰਾ ਪ੍ਰੋਪਰ ਜਿਹੜਾ ਹੈ ਸਾਰਾ ਸਾਥ ਦੇ ਰਿਹਾ? ਸ਼੍ਰੋਮਣੀ ਅਕਾਲੀ ਦਲ ਦਾ ਕੀ ਕਹਿਣਾ ਚਾਹੋਗੇ? ਕਿਉਂਕਿ ਖਾਸ ਤੌਰ ਤੇ ਅੱਜ ਰਾਮ ਦਰਬਾਰ ਦੇ ਵਿੱਚ ਆ ਰਹੇ ਹਿੰਦੂ ਭਾਈਚਾਰੇ ਨਾਲ ਮੀਟਿੰਗ ਕਰਨ। ਸਰਦਾਰ ਸੁਖਬੀਰ ਸਿੰਘ ਪਹਿਲੇ ਵੀ 10 ਸਾਲ ਬਹੁਤ ਵਧੀਆ ਕੰਮ ਕਰਕੇ ਗਏ ਆ। ਅੱਜ ਦੇ ਹਾਲਾਤ ਇਹ ਹੈ ਕਿ ਪੂਰੇ ਲੁਧਿਆਣਾ ਕੀ ਤੁਸੀਂ ਪੰਜਾਬ ਹੀ ਲਾ ਲਓ, ਕੋਈ ਇੱਕ ਸੜਕ ਦਿਖਾ ਦਿਓ ਜਿਹੜੀਆਂ ਚੰਗੀਆਂ ਭਲੀਆਂ ਸੜਕਾਂ ਸੀ ਉਹ ਵੀ ਤੋੜ ਕੇ ਉੱਤੇ ਟਾਈਲਾਂ ਲਾਈ ਜਾਂਦੇ। ਇੰਨੀਆਂ ਵਧੀਆ ਸੜਕਾਂ, ਔਰ ਦੂਜੀ ਸਭ ਤੋਂ ਜਗ੍ਹਾ ਦੇ ਟੋਏ ਹਰ ਜਗ੍ਹਾ। ਅਕਾਲੀ ਦਲ BJP ਦੀ ਸਰਕਾਰ ਵਿੱਚ 10 ਸਾਲ ਜਿਹੜੇ ਪਹਿਲੇ ਉਹ ਬਹੁਤ ਵਧੀਆ ਰਹੇ ਆ, ਔਰ ਪੰਜਾਬ ਵਿੱਚ ਹਿੰਦੂ, ਸਿੱਖ, ਮੁਸਲਮਾਨ, ਦਲਿਤ ਹਰ ਬੰਦੇ ਨਾਲ ਬਹੁਤ ਵਧੀਆ ਸਾਡੀ ਸਰਕਾਰ ਉਦੋਂ ਵੀ ਚੱਲੀ ਸੀ, ਔਰ ਹੁਣ ਵੀ ਆਪਣਾ ਸਾਰਾ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ। ਜਿਸ ਤਰੀਕੇ ਨਾਲ ਤੁਸੀਂ ਕੋਲੋਨਾਈਜ਼ਰ ਹੋ ਵੀ ਬਹੁਤ ਸਾਰੀਆਂ ਮੁਸੀਬਤਾਂ ਉਹਨਾਂ ਨੂੰ ਝੇਲਣੀਆਂ ਪਈਆਂ, ਬੜੇ ਲੋਕਾਂ ਦੀ ਪ੍ਰੋਬਲਮ ਆਈ ਆ, ਕਈਆਂ ਦੇ ਕਲੋਨੀਆਂ ਨਹੀਂ ਕੱਟੀਆਂ ਜਾ ਰਹੀਆਂ, ਕੋਈ ਲੀਗਲਾਈਜ਼ ਨਹੀਂ ਕੀਤੀਆਂ ਗਈਆਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਦੋਂ ਸਰਕਾਰ ਆਏਗੀ ਅੱਜ ਤੁਸੀਂ ਸੁਖਬੀਰ ਬਾਦਲ ਜੀ ਨੂੰ ਆਪਣੇ ਕੋਲੋਨਾਈਜ਼ਰ ਪੱਖੋਂ ਪ੍ਰਾਪਰਟੀ ਡੀਲਰ ਪੱਖੋਂ ਕੀ ਕਹਿਣਾ ਚਾਹੋਗੇ? ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਇਹ ਗੱਲ ਕਰਨਾ ਚਾਹੁੰਦੇ ਹਾਂ, ਔਰ ਅਸੀਂ ਇਹ ਕਰਾਂਗੇ ਵੀ ਕਿ ਜਿੰਨੀਆਂ ਸਾਡੀਆਂ ਕਲੋਨੀਆਂ ਹੈ ਉਹਨਾਂ ਨੂੰ ਰੈਗੂਲਾਈਜ਼ ਕੀਤਾ ਜਾਵੇ, ਉਹਨਾਂ ਨੂੰ ਅਪਰੂਵਡ ਕੀਤਾ ਜਾਵੇ, ਔਰ ਜੋ ਪਹਿਲੇ ਵਾਅਦਾ ਕੀਤਾ ਸੀ ਵੀ ਸਾਰੀਆਂ ਕਲੋਨੀਆਂ ਪਾਸ ਕੀਤੀਆਂ ਜਾਣ, ਉਹ ਕਲੋਨੀਆਂ ਪਾਸ ਕੀਤੀਆਂ ਜਾਣ ਤਾਂ ਕਿ ਪ੍ਰਾਪਰਟੀ ਕਾਰੋਬਾਰ ਵਧੀਆ ਤਰੀਕੇ ਨਾਲ ਚੱਲ ਸਕੇ। ਸਰਕਾਰ ਵੱਲੋਂ ਸਾਨੂੰ ਮਿਲਿਆ ਹੈਰਾਨ ਨਾਲ ਵੀ ਜਿਹੜਾ ਬੜੇ ਜਿੰਨੇ ਵੀ ਇਸ ਇਲਾਕੇ ਦੇ ਵਿੱਚ ਅਦਾਲਤਾਂ ਜੋ ਬਣੀਆਂ ਹੋਈਆਂ ਨੇ ਇਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਉਸ ਤੋਂ ਬਾਅਦ ਜਿਹੜੀ ਅੱਜ ਦੀ ਬਿਆਨੇ ਦੀ ਸਰਕਾਰ ਦੀ ਕੋਈ ਚੀਜ਼ ਨਹੀਂ ਹੈ ਕਿ ਅੱਜ ਸਾਰੇ ਲੋਕ ਪੈਸੇ ਲੁੱਟਣ ਲਈ ਬੈਠੇ ਨੇ ਤਾਂ ਵੀ ਇਹ ਕਿਹੜਾ ਲੱਗੇ ਹੋਏ ਉਹਨਾਂ ਦਾ ਹੋਰ ਕੋਈ ਕੰਮ ਨਹੀਂ। ਸਾਡੇ ਇਲਾਕੇ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਜੀ ਦੁਆਰਾ ਟਿਕਟ ਦਿੱਤੀ ਗਈ ਹੈ, ਇਹ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ।
क्योंकि बहुत ही बढ़िया बंदे ਅੱਜ ਲੋੜ ਹੈ ਇਹ ਬੰਦਿਆਂ ਦੀ ਆ ਸਾਰਾ ਸੈਕਟਰ 32 ਅਧਿਕਾਰੀ ਸਾਹਿਬ ਇਹਨਾਂ ਦੇ ਨਾਲ ਹੈ ਅਸੀਂ ਤੁਹਾਨੂੰ ਜਿੱਥੇ ਦੀ ਤਸੱਲੀ ਦਵਾ ਲਿਆ ਕਿ ਇਹਨਾਂ ਨੂੰ ਜ਼ਿਆਦਾ ਜ਼ਿਆਦਾ ਵੋਟ ਦਵਾ ਕੇ ਇੱਥੋਂ ਜਿਤਾ ਕੇ ਭੇਜਾਂਗੇ ਕਿਉਂਕਿ ਇਹ ਜਿਹੜਾ ਇਲਾਕਾ ਇਸ ਇਲਾਕੇ ਵਿੱਚ ਕੋਈ ਕੰਮ ਨਹੀਂ ਹੋਇਆ ਜਿਹੜਾ ਕੰਮ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਅੱਜ ਅਸੀਂ ਜਿਹੜੇ ਲੋਕ ਨੇ ਚਾਹੇ ਉਹ ਜਿਹੜੇ ਵੀ ਐਮਐਲਏ ਨੇ ਚਾਹੇ ਉਹ ਮੰਤਰੀ ਨੇ ਉਹਦਾ ਇੱਕੋ ਹੀ ਕੰਮ ਹੈ ਉਹਨਾਂ ਨੇ ਪੈਸੇ ਕਿੱਦਾਂ ਇਕੱਠੇ ਕਰਨੇ ਉਹਨਾਂ ਦਾ ਕੋਈ ਕੰਮ ਨਹੀਂ ਹੈ ਸਰਕਾਰ ਨਾਲ ਦੀ ਕੋਈ ਚੀਜ਼ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਸਾਰੇ ਬਹੁਤ ਬਾਰੀਆਂ ਦੇ ਕੋਲ ਮਾੜੇ ਹਾਲਾਤ ਨੇ ਕਦੇ ਜੀਐਸਟੀ ਰੇਟ ਮਾਰ ਦਿੰਦੇ ਨੇ ਕਦੇ ਕੋਈ ਰੇਟ ਮਾਰਦਾ ਕੋਈ ਵਿਭਾਗ ਨੇ ਕੰਮ ਨਹੀਂ ਕਰਦਾ ਤੇ ਇੱਥੇ ਆਏ ਬਹੁਤ ਧੰਨਵਾਦ ਕਰਦੇ ਹਾਂ ਉਮੀਦ ਰੱਖਦੇ ਹਾਂ ਕਿ ਅਸੀਂ ਲੋਕ ਸਾਰੇ ਇਹਨਾਂ ਸਾਨੂੰ ਜਿਤਾ ਕੇ ਸੋਹਣੀ ਅਕਾਲੀ ਦਲ ਨੂੰ ਭੇਜਾਂਗੇ ਤੇ ਅਸੀਂ ਬਹੁਤ ਸਮਝੀਆਂ ਆਵਾਂ ਇਸ ਤਰ੍ਹਾਂ ਧੰਨਵਾਦ ਹਾਲਾਂਕਿ ਲਾਸਟ ਟਾਈਮ ਪੱਤਰਕਾਰ ਭਾਈਚਾਰਾ ਨੇ ਸ਼ਾਇਦ ਤੁਹਾਨੂੰ ਇੱਕ ਲੈਟਰ ਵੀ ਦਿੱਤੀ ਸੀਗੀ ਤੇ ਕਚਹਿਰੀ ਦੇ ਵਿੱਚ ਜਿਹੜੀ ਜਗ੍ਹਾ ਸੀ ਜਿੱਥੇ ਅਸੀਂ ਬੈਠ ਕੇ ਡਿਸਕਸ਼ਨਸ ਕਰ ਰਹੇ ਸੀਗੇ ਉਹ ਕੁਰਸੀਆਂ ਵਿੱਚ ਰੱਖੀਆਂ ਗਈਆਂ ਤੇ ਇਸ ਬਾਰੇ ਤੁਸੀਂ ਕਰੋ ਸਾਨੂੰ ਜ਼ਰੂਰਤ ਹੈ ਸਾਡੇ ਆਈਡੀਆ ਸ਼ੇਅਰ ਕਰਨ ਦੀ ਥੈਂਕ ਯੂ ਜੇ ਚੰਗੀ ਸਰਕਾਰ ਤੁਸੀਂ ਬਣਾ ਲਓ 5 ਸਾਲ ਚੰਗੇ ਟੱਪੇ ਮਾੜੀ ਸਰਕਾਰ ਬਰਬਾਦ ਕਰ ਦਿੰਦੀ ਹੈ 5 ਸਾਲ आज ਜਿਹੜੇ 5 ਸਾਲ ਟੱਪੇ ਹੈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਨਾ ਮੁੱਖ ਮੰਤਰੀ ਦਿਖਾਈ ਦਿੱਤਾ ਨਾ ਇਹਨਾਂ ਦੇ ਮੰਤਰੀ ਨਾ ਇਹਨਾਂ ਨੂੰ ਕੋਈ ਪਰਵਾਹ ਮੁੱਖ ਮੰਤਰੀ ਘਰ ਦਾ ਮੁਖੀ ਹੁੰਦਾ ਪਰਿਵਾਰ ਦਾ ਮੁਖੀ ਹੁੰਦਾ ਜੇ ਉਹ ਹਿੰਮਤੀ ਹੋਵੇ ਤਾਂ ਪਰਿਵਾਰ ਨੂੰ ਅੱਗੇ ਲੈ ਜਾਂਦਾ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਾ ਕੁਝ ਹੀ ਨਿਰਭਰ ਮੁੱਖ ਮੰਤਰੀ ਤੇ ਹੋਵੇ ਜੇ ਕੋਈ ਵਿਜ਼ਨਰੀ ਫਿਊਚਰ ਨੂੰ ਅੰਡਰਸਟੈਂਡ ਕਰਨ ਵਾਲਾ ਪੰਜਾਬ ਦੀ ਡਿਵੈਲਪਮੈਂਟ ਦਾ ਤੇ ਸ਼ੌਕ ਹੋਏ ਜੇ ਉਹਦਾ ਮੁੱਖ ਮੰਤਰੀ ਚੁਣੋਗੇ ਤੇ ਆਪਣੇ ਆਪ ਹੀ ਚੀਜ਼ਾਂ ਹਿੱਲਣ ਲੱਗ ਜਾਣਗੀਆਂ ਜੇ ਹੁਣ ਵੋਟਾਂ ਪੈਣੀਆਂ ਹਰ ਪਾਰਟੀ ਨੇ ਆਪਣੇ ਮੁੱਖ ਮੰਤਰੀ ਕੈਂਡੀਡੇਟ ਦਾ ਨਾਮ ਕਰਨਾ ਮੈਂ ਬੇਨਤੀ ਕਰਾਂਗਾ ਤੁਸੀਂ ਜਿਹੜਾ ਮੁੱਖ ਮੰਤਰੀ ਤੁਸੀਂ ਸੋਚਦੇ ਹੋ ਲੀਡਰ ਜਿਹੜਾ ਮੁੱਖ ਮੰਤਰੀ ਕੈਂਡੀਡੇਟ ਹੈ ਜੇ ਸੋਚਦੇ ਹੋ ਕਿ ਇਹਦੇ ਕੋਲ ਵਿਜ਼ਨ ਹੈ ਇਹਨੇ ਪਿਛੋਕੜ ਹੈ ਇਹਨੇ ਕੰਮ ਕਰਕੇ ਦਿਖਾਏ ਹੈ ਉਹਦੇ ਮਗਰ ਲੱਗ ਜਾਓ ਕਿਉਂਕਿ ਜੇ ਗਲਤ ਫੈਸਲਾ ਹੋ ਗਿਆ 5 ਸਾਲ ਤੋਂ ਬਰਬਾਦ ਹੋਏ ਅਗਲੇ 5 ਸਾਲ ਨਹੀਂ ਆਪਾਂ ਰਿਸ਼ਤਾ ਕਰਨ ਜਾਂਦੇ ਆ ਉਦੋਂ ਵੀ ਆਪਾਂ ਪਰਿਵਾਰ ਦਾ ਪਿਛੋਕੜ ਦੇਖਦੇ ਇੱਥੇ ਆਪਾਂ ਗੈਰ ਪਿਛੋਕੜ ਦੇਖੇ ਬਗੈਰ ਚੀਜ਼ਾਂ ਦੇਖੇ ਆਪਾਂ ਫੈਸਲਾ ਇਮੋਸ਼ਨਲੀ ਕਰ ਲੈਂਦੇ ਹਾਂ ਹੁਣ ਅੱਜ ਕੱਲ੍ਹ ਇੱਕ ਪ੍ਰਚਾਰ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਤੁਸੀਂ ਅਕਾਲੀ ਦਲ ਵੀ ਦੇਖ ਲਿਆ ਕਾਂਗਰਸ ਵੀ ਦੇਖ ਲਈ ਸਾਨੂੰ ਦੇਖ ਲਓ ਬਗੈਰ ਦੇਖ ਕੇ ਤੁਹਾਨੂੰ ਕਿਵੇਂ ਦੇਖੀ ਹੁਣ ਆਮ ਆਦਮੀ ਪਾਰਟੀ ਦੀ ਮੈਂ ਰੋਜ਼ ਮੈਂ ਅਖਬਾਰ ਪੜ੍ਹਦਾ ਕਿ ਜੀ ਕੇਜਰੀਵਾਲ ਆਊਗਾ ਤੇ ਗਾਰੰਟੀ ਦਊਗਾ ਹੁਣ ਕੇਜਰੀਵਾਲ ਆਏ ਕਿ ਜਾਣੇ ਦੂਜੀ ਗਾਰੰਟੀ ਦੇ ਇਹਨਾਂ ਕੋਈ ਪੰਜਾਬ ਦਾ ਪਤਾ ਹੈ ਨਹੀਂ ਜਿਹੜਾ ਗਾਰੰਟੀ ਦਊਗਾ ਤੁਸੀਂ ਇੰਡਸਟਰੀਅਲਿਸਟ ਹੋ ਤੁਸੀਂ ਲੋਨ ਲੈਂਦੇ ਹੋ ਬੈਂਕ ਵਾਲੇ ਤੁਹਾਡੀ ਗਾਰੰਟੀ ਲੈਂਦੇ ਆ ਕਿ ਗੁਆਂਢੀ ਦੀ ਲੈਂਦੇ ਉਹਦਾ ਕੀ ਪਤਾ ਮੁੱਕਦੇ ਉਹਦਾ ਕੀ ਉਹਨੇ ਜਿਹੜਾ ਕੁਝ ਇੱਥੇ ਨਹੀਂ ਉਹਨੇ ਇੰਪਲੀਮੈਂਟ ਕੀਤੀ ਹੈ ਸਾਹ ਪ੍ਰਕਾਸ਼ ਸਿੰਘ ਬਾਦਲ 5 ਵਾਰ ਤਾਂ ਮੁੱਖ ਮੰਤਰੀ ਬਣੇ ਕਿਉਂਕਿ ਉਹਨਾਂ ਦੇ ਕਈ ਅਸੂਲ ਸੀ ਉਹਨਾਂ ਵਾਸਤੇ ਪੰਜਾਬ ਉਹਨਾਂ ਦੀ ਜ਼ਿੰਦਗੀ ਦਾ ਸਾਰਾ ਕੁਝ ਸੀ ਉਹਨਾਂ ਦੇ ਅਸੂਲ ਸੀ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੀਦੀ ਹੈ ਪੰਜਾਬ ਵਿੱਚ ਭਾਈਚਾਰਕ ਸਾਂਝ ਚਾਹੀਦੀ ਹੈ ਪੰਜਾਬੀ ਫੈਸਲਾ ਕਰ ਕੀ ਕਰਨਾ ਅਸੀਂ ਹੁਣ ਦਿੱਲੀ ਦਰਬਾਰ ਕੋਲ ਨਹੀਂ ਬਾਹਰ ਨੀਂਦੇ ਖੜੇ ਹੁੰਦੇ ਹੁਣ ਦੱਸੋ ਕੀ ਫੈਸਲਾ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾਉਣਾ ਗਾਂਧੀ ਪਰਿਵਾਰ ਦੇ ਦਰਵਾਜ਼ੇ ਕੋਲ ਖੜੇ ਹੈ ਕਿ ਦੱਸੋ ਕਿਹਨੂੰ ਬਣਾਈਏ ਫਿਰ ਕਹਿੰਦੇ ਫਿਰ ਖੜ ਜਾਂਦੇ ਆ ਮੰਤਰੀ ਕਿਹਨੂੰ ਬਣਾਈਏ ਫਿਰ ਖੜ ਜਾਂਦੇ ਆ ਪੋਰਟਫੋਲੀਓ ਕਿਹੜਾ ਕਿਹੜਾ ਹੈ ਹਰ ਚੀਜ਼ ਵਾਲੇ ਉੱਥੇ ਆਪਣੇ ਫੈਸਲੇ ਉਹ ਕਰਕੇ ਆਪਣੇ ਫੈਸਲੇ ਕਰਨੇ ਤੁਸੀਂ ਚਾਰੋਂ ਤਰਫ ਦੇਖ ਲਓ ਪੰਜਾਬ ਜੋ ਕੁਝ ਬਣਿਆ ਜੋ ਕੁਝ ਮੈਂ ਕਹਿੰਦਾ ਬੜੇ ਠੋਕ ਦਾ ਕਹਿਣਾ ਜੋ ਕੁਝ ਬਣਿਆ ਉਦੋਂ ਹੀ ਬਣਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ
जिन्ने भी एयरपोर्ट पंजाब के सारे 100% सरदार प्रकाश सिंह बादल ने बनाए। जिन्ने भी थर्मल प्लांट पंजाब का बिजली पैदा करने वाले जिन्ने भी है 100% सरदार प्रकाश सिंह बादल ने बनाए। भाखड़ा डैम तो बगैर सारे डैम सरदार प्रकाश सिंह बादल ने बनाए। जिन्नियां 4 ते 6 लेन दी सड़कां पूरे पंजाब देख लो सरदार प्रकाश सिंह बादल ने बनाई। लुधियाने शहर जो कुछ बने जिन्ने फ्लाईओवर बने हैं, जिन्ने बाईपास बने हैं, जिन्ने हुण वड्डी लिंक बने हैं, तुसीं अपने हल्के च देख लो। मतलब कितने 100 करोड़ ले कितने 500-600 करोड़ रुपए कल्ले थोड़े इस हल्के च। हल्के का कितना बड़ा सी बुनियाद है। खीरी वाले 100 करोड़ दिता सी, 120 करोड़ मेरे को आया। मेरे साहब बड़ा प्यार है, मेरे को आया बड़ा बहुत बुरा हाल। मैं दस कितने चाहिए कहते 50-60 करोड़ दे दो। मैं यार 120 करोड़ चक के लै मैं लगता कल्ले लुधियाने 2-2.5 करोड़ रुपये लगे। पर मैं देखा वोटा सही मजदा पर मुश्किल हो जाने आज ही हो गया वो हो गया। जो दर्द श्रोमणी अकाली दल का पंजाब प्रति हो ही नहीं सकता, असं कितने होर सोच ही नहीं सकते। रहना क्यों ना मरना इतने 100 साल पुरानी पार्टी है। साढ़े इको एक सोच है कि पंजाब किमें अगे बढ़े, पंजाब किमें अपनी शांति रहे, पंजाब की किमें डिवेलपमेंट होए। हुण जिहड़े मैं बादल साहब कह के मुख्यमंत्री सी जो भी तुसीं पिछवाउंदे सी नाल फैसला कर दो। जिवें तुसीं दस्सिया इस हल्के 14-15 एकड़ जमीन 14-15 एकड़ की मतलब है घट 2-250 करोड़ की तो जमीन की कीमत होगी। जेड थोड़ा चक्को जिदा मंदिर वास्ते लो, गुरुद्वारा साहब वास्ते चाहिए और चाहिए, पार्क वास्ते चाहिए लो। मुख्यमंत्री ऐसा चाहिए जो छोटे कोई पिछड़े बादल साहब मुख्यमंत्री सी मतलब महीने 4-5 दिन तो मैं देने होता सी, 4-5 बार बादल साहब होने से तो 4.5 साल मुख्यमंत्री देखे ही नहीं। हुण 2-4 गल्लां ਜਿਹੜੀਆਂ ਅਸੀਂ ਕਰ ਲੱਗੇ ਹਾਂ। एक बिजली बड़ा ਵੱਡਾ ਮੁੱਦਾ ਹੈ। ਲੋਕਾਂ ਦੇ ਮਨ 'ਚ ਹੈ ਕਿ ਯਾਰ ਸ਼੍ਰੋਮਣੀ ਅਕਾਲੀ ਦਲ ਨੇ ਕਹਿਤਾ, ਸੁਖਬੀਰ ਨੇ ਕਹਿਤਾ 5 ਰੁਪਏ ਬਿਜਲੀ ਤੇ 400 ਯੂਨਿਟ ਬਿਜਲੀ ਕਿਵੇਂ ਮੁਫਤ ਦੇਣਗੇ। ਸਾਰੇ ਤੁਹਾਡੇ ਮਨ 'ਚ ਵੀ ਹੋਣਾ ਕਿ ਕਿਵੇਂ ਵੀ ਸਿਆਸੀ ਦਾ ਕਹਿੰਦਾ ਨਹੀਂ ਮੋਟਾ ਮਗਰ ਨਹੀਂ ਮੈਂ ਤਾਂ ਕਿਵੇਂ ਦੇਊਗਾ। ਮੈਂ ਤੁਹਾਨੂੰ ਦੱਸਣਾ ਆਪਾਂ 12,000 करोड़ रुपया सबसिडी देते हैं पंजाब सरकार के खजाने चो बिजली तक वो हर साल 12,000 वो हर साल जो पैसा चले जाता वो खत्म हो जाता है। उसका कोई एसेट नहीं बनता, कुछ नहीं बनता। असी की कर लगे मेरे मन की प्लान है असी तकरीबन 10,000 मेगावाट सोलर पावर प्लांट बनाना। 10,000 मेगावाट ਉਹਦੀ कीमत है 25,000 करोड़ 2 साल की सब्सिडी। सोलर प्लांट का मतलब की है जो तुम 25,000 करोड़ खा दो उसके बाद बिजली फ्री है तो पौधी है बिजली जाती है, कोई जनरेशन कॉस्ट नहीं, कोई लेबर ही है नहीं। आज 25,000 जो 10,000 मेगावाट मिल लगता फर्स्ट वन 200 बंदा होना है, सफाई भी करना पानी बाकी सारा कुछ ऑटोमैटिक है। होना की है मैं इंडस्ट्री वास्ते की सोच रहा जिवें इंडस्ट्री फोकल पॉइंट है छोटे लुधियाने फोकल पॉइंट में एक यूनिट बनावांगे वो फोकल पॉइंट का अलग सोलर प्लांट लग जूगा। भावें मानसा वालों बठिंडा वालों जिथे जमीन सस्तियां तुसीं उत्थों बिजली डायरेक्ट अपने सोलर अपने इंडस्ट्रियल स्टेट को दोगे उसका 5 रुपये का थोड़ा पता फ्री हो जाना 2 साल बाद। क्योंकि आज सोलर 2 करोड़ रुपया 2.5 करोड़ रुपया मेगावाट हो गया तो मैं लगता है वो भी इंडस्ट्रियल क्लस्टर जैसे अपने पावर प्लांट देखने ट्रांसमिशन करनी है तो तुम देखोगे थोड़ी किन्नी नाले होने बाद थोड़ा पक्का पता कि 25 साल रेट आ ही रहना क्योंकि सोलर का है सिस्टम। तो इस करके साढ़े मन च कई चीज़ें हैं, हर चीज़ का हल है। पैसा कभी गल नहीं होती
ਤੁਹਾਡੇ ਕੋਲੇ ਆਈਡੀਆਜ਼ ਹੋਣ ਤੇ ਪੈਸਾ ਆਪਣੇ ਆਪ ਆ ਜਾਂਦਾ ਹੈ। ਆ ਜਿੰਨੇ ਤੁਸੀਂ ਆ ਦੇਖਿਆ ਸਟਾਰਟਅਪ ਦੇਖਿਆ, ਜਿੰਨੀਆਂ ਨਵੀਆਂ ਕੰਪਨੀਆਂ ਦਿਖੀਆਂ 5-5 ਸਾਲ ਦੇਖਿਆ ਇੱਕ ਬੰਦਾ ਗਰੀਬ ਬਿਲੀਅਨਰ ਬਣ ਗਿਆ, ਕਿਉਂ ਬਣਿਆ? ਆਈਡੀਆਜ਼ ਕਰਕੇ। ਉਹਦੇ ਕੋਲੇ ਆਈਡੀਆ ਸੀ, ਲੋਕਾਂ ਨੇ ਪੈਸਾ ਲਾਇਆ ਤੇ ਤੁਸੀਂ ਬਿਲੀਅਨਰ ਬਣ ਗਏ। ਪੰਜਾਬ ਸਰਕਾਰ ਕੋਲੇ ਕੋਈ ਖਜ਼ਾਨੇ ਦੀ ਕਮੀ ਨਹੀਂ ਹੈ ਜੀ। ਅਸੀਂ 500 ਕਰੋੜ 2-2 ਹਜ਼ਾਰ ਕਰੋੜ ਸ਼ਹਿਰ ਚ ਲਾ ਸਕਦੇ ਸੀ, ਲਾਇਆ ਹੈ, ਆ ਵੀ ਲਾ ਸਕਦੇ, ਪਰ ਨੀਅਤ ਕੀ ਨਾਲ ਜਨਰੇਸ਼ਨ ਕਮਜ਼ਾ ਆਈਡੀਆਜ਼ ਨਹੀਂ ਹੈ। ਮੈਂ ਇੱਕ ਦਿਨ ਦੱਸ ਰਿਹਾ ਸੀ, ਮੈਂ ਕਿਹਾ ਨਿਊ ਚੰਡੀਗੜ੍ਹ ਵਿੱਚ ਮੈਂ ਸੜਕ ਬਣਾਈ। ਸਭ ਤੋਂ ਪਹਿਲੇ ਨਿਊ ਚੰਡੀਗੜ੍ਹ ਬਣਾਉਣ ਵਾਸਤੇ ਮੈਂ 8 ਲੇਨ ਦੀ ਸੜਕ ਬਣਾਈ, ਫਲਾਈਓਵਰ ਲਾ ਕੇ 300 ਕਰੋੜ ਰੁਪਏ ਲੱਗਿਆ ਮੇਰੇ ਸੜਕ ਤੇ। ਉਹ ਸੜਕ ਬਣਾਉਣ ਕਰਕੇ ਪੰਜਾਬ ਸਰਕਾਰ ਨੂੰ ਪਲਾਟਾਂ ਤੋਂ ਰਜਿਸਟਰੀਆਂ ਤੋਂ 10,000 ਕਰੋੜ ਰੁਪਏ ਆ ਗਿਆ। ਸਾਰੀ ਕੱਲੀ ਦੀ ਸੜਕ ਬਣਾਉਣ ਵਾਸਤੇ। ਹੁਣ ਮੈਂ ਤੁਹਾਡੇ ਆ ਜਿਹੜੇ ਆ ਤੁਸੀਂ ਜਾਣੋ ਜੋ ਨਹਿਰ ਦੇ ਬਾਈਪਾਸ ਬਣਾਏ ਹੈ, ਕੀ ਕੀਤਾ ਸੀ ਉੱਥੇ? ਮੈਂ 300 ਕਰੋੜ ਰੁਪਏ ਲਾਇਆ ਤੇ ਤੁਸੀਂ ਦੇਖੋ ਸਾਰਿਆਂ ਨੂੰ ਉੱਥੇ ਕਿੰਨਾ ਕਰੋੜਪਤੀ ਬਣਾਉਂਦਾ। ਟੁਡੇ ਦੱਸਿਆ ਕੀ ਹੈ? ਤੇ ਸਾਰਾ ਜੋ ਰਜਿਸਟਰੀਆਂ ਹੋਣਗੀਆਂ ਉਹਦੀ ਪੈਸਾ ਸਰਕਾਰ ਕੋਲੇ, ਪਰ ਕੁਝ ਵੀ ਹੋਗਾ ਸਰਕਾਰ ਕੋਲੇ, ਤਾਂ ਉਹ ਜਿਹੜਾ ਸੀਏ ਵੀ ਚਲੇਗਾ ਸਰਕਾਰ ਕੋਲੇ। ਸੋ ਇਹਨਾਂ ਕੋਲ ਆਈਡੀਆਜ਼ ਨਹੀਂ ਹੈ, ਸੋਚ ਨਹੀਂ ਹੈ, ਕੱਲੀ ਹੈ ਕਿ ਕਿਵੇਂ ਸਰਕਾਰ ਬਣ ਗਈ ਹੁਣ ਇਹ ਕਰੋ, ਇਹਨੂੰ ਐਕਸਿਟ ਨੂੰ ਇੱਥੇ ਲਾ ਦਿਓ, ਇਹਨੂੰ ਐਸਡੀ ਨੂੰ ਇੱਥੇ ਲਾ ਦਿਓ। ਬਦਲੀਆਂ ਟ੍ਰਾਂਸਫਰ ਜਿੰਨੇ ਮੰਤਰੀ ਹੈ, ਬਦਲੀਆਂ ਟ੍ਰਾਂਸਫਰ ਜਿੱਥੋਂ ਪੈਸਾ ਆਊਗਾ ਉਹਦੀ ਗੱਲ ਕਰਦੀ ਹੈ। ਤੁਹਾਡੇ ਇੱਥੇ ਆਸ਼ੂ ਹੈ ਮਿਨਿਸਟਰ ਇੱਕ ਆਈਡੀਆ ਦੱਸ ਦਿਓ ਲੁਧਿਆਣੇ ਵਾਸਤੇ ਉਹਨੇ ਕੀਤਾ ਹੋਵੇ ਕਿ ਲੁਧਿਆਣੇ ਵਿੱਚ ਬੈਂਕ ਆ ਚੀਜ਼ ਦਿੱਤੀ ਹੈ, ਇਹਦਾ ਨਾਲੇ ਪਾਸਪੋਰਟ ਮਿਨਿਸਟਰ ਹੈ, ਸਭ ਵੱਡਾ ਬੈਂਕ ਗੈਂਗਸਟਰ ਵੀ ਕਹਿ ਦਿਓ ਕੋਈ ਕੀਤਾ ਨਹੀਂ। ਹੁਣ ਜੇ ਤੁਸੀਂ ਮੁੱਖ ਮੰਤਰੀ ਤੁਸੀਂ ਉਹਦੇ ਲਈ ਆ ਗਏ, ਫਿਰ ਤਾਂ ਗਲਤੀ ਨਾ ਸਾਡੀ ਹੈ, ਗਲਤੀ ਤੁਹਾਡੀ ਹੋਣੀ ਹੈ। ਫਿਰ 5 ਸਾਲ ਬਾਅਦ ਤੋਂ ਬੈਠੇ ਰਹਾਂਗੇ। ਹੁਣ ਕੋਈ ਕਹਿੰਦਾ ਕਿ ਆਮ ਆਦਮੀ ਪਾਉਂਦੀ ਹੈ, ਭਗਵਾਨ ਤੋਂ ਕਲਾਕਾਰ ਹੈ। ਹੁਣ ਕੁਆਲਿਟੀ ਵੀ ਦੇਖੋ ਕਿ ਉਹ ਐਡਜਸਟ ਕਰ ਸਕਦਾ। ਜੇ ਤੁਸੀਂ ਚੁਟਕਲੇ ਸੁਣਿਆ ਤਾਂ ਮੈਂ ਇੱਕ ਸ਼ੋਅ ਰੱਖ ਲਿਆ ਕਰਾਂਗੇ ਰੋਜ਼, ਜਿਵੇਂ ਹਿੰਦੁਸਤਾਨ ਦੇ ਸਾਰੇ ਕਲਾਕਾਰ ਆਇਆ ਕਰਨ। ਪਰ ਐਡਮਿਨਿਸਟ੍ਰੇਟਰ ਸੀਐਮ ਉਹ ਚਾਹੀਦਾ ਜਿਹੜਾ ਤਕੜਾ ਹੋਵੇ, ਜਿਹੜਾ ਲਾਅ ਐਂਡ ਆਰਡਰ ਕੰਟਰੋਲ ਕਰ ਸਕੇ, ਗੈਂਗਸਟਰ ਜਿਹਨੇ ਫਿਰਦੇ ਸਾਰੇ ਅੰਦਰ ਕਰਕੇ ਕਰੇ, ਤੇ ਜਿਹੜਾ ਸੀਐਮ ਤੇ ਲਾਇਕ ਹੋਏ। ਆਪਾਂ ਐਵੇਂ ਨਾ ਫੈਸਲਾ ਕਰ ਲਈਏ, ਨਹੀਂ ਤਾਂ ਫਿਰ ਕਿਸਮਤ ਆਪਣੀ ਹੈ, ਸਾਡਾ ਦਾ ਕੁਝ ਬੁਰਾ ਨਹੀਂ। ਅਸੀਂ ਤਾਂ ਕੋਈ ਗੱਲ 5 ਸਾਲ ਬਾਅਦ ਬਦਲਾ ਜਾਗੇ ਤੁਹਾਡੇ ਕੋਲੇ, ਪਰ 5 ਸਾਲ ਪੰਜਾਬ ਦੇ ਬਰਬਾਦ ਹੋ ਜਾਣਗੇ। ਤੁਸੀਂ ਦੇਖ ਲਓ ਪਿਛਲੇ 5 ਸਾਲ ਤੁਹਾਡੀ ਜ਼ਿੰਦਗੀ ਦੇ ਅਸੀਂ ਚੇਂਜ ਕੀਤੇ ਕਿ ਨਹੀਂ। ਤੁਸੀਂ ਪਹਿਲੇ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਸੀ, ਸਿੰਗਲ ਸੜਕ ਸੀ, ਅੱਜ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਸੜਕਾਂ ਬਣਾਤੀਆਂ। ਪਹਿਲੇ ਬਿਜਲੀ ਦੀ ਕਿੰਨੀ ਸਮੱਸਿਆ ਹੁੰਦਾ ਸੀ, ਆਮ ਕਰਦੀ। ਤੁਹਾਡੀ ਲਾਈਫ ਵਿੱਚ ਅਸੀਂ ਚੇਂਜ ਆਦੀ, ਭਾਵੇਂ ਤੁਸੀਂ ਮੰਨੋ ਨਾ ਮੰਨੋ, ਤੁਹਾਡੀ ਲਾਈਫ ਵਿੱਚ ਚੇਂਜ ਆਦੀ। ਇਹਨਾਂ ਨੇ ਜਿਹੜੀ ਚੇਂਜ ਆਦੀ ਵਾਪਸ ਬਰਬਾਦ ਕੀਤੀ ਹੈ। ਇਸ ਕਰਕੇ ਜਿਹੜੀ ਤੁਹਾਡੀ ਗੱਲ ਹੈ ਮੰਦਰ ਵਾਸਤੇ ਚੈਰੀਟੇਬਲ, ਸਾਨੂੰ ਬੜੀ ਖੁਸ਼ੀ ਹੋਊਗੀ, ਮਾਣ ਹੋਊਗੀ ਜੇ ਮੇਰੇ ਹੱਥੋਂ ਹੁਣ ਪਹਿਲੇ ਤੋਂ ਮੌਕਾ ਦੇਤਾ। ਜਿਹੜੇ ਸਕੂਲ ਇੱਕ ਮੇਰੇ ਵੀਰ ਨੇ ਗੱਲ ਕੀਤੀ ਜਨਰਲ ਕੈਟੇਗਰੀ ਬਾਰੇ, ਮੈਂ ਇਹ ਗੱਲ ਕਰਨਾ ਚਾਹੁੰਦਾ, ਜਿੰਨੀਆਂ ਸਾਡੀਆਂ ਹੁਣ ਸਕੀਮ ਹੈ ਦੇਖ ਲਓਗੇ, ਜੇ ਆਟਾ ਦਾਲ ਉਹਦੇ ਚ ਜਨਰਲ ਵੀ ਇੰਕਲੂਡ ਹੈ। ਜੇ ਹੁਣ ਅਸੀਂ 400 ਯੂਨਿਟ ਦਿੱਤੇ, ਜਨਰਲ ਵੀ ਇੰਕਲੂਡ ਹੈ। ਹੁਣ ਅਸੀਂ ਹੋਰ ਸਕੀਮ ਲੈ ਕੇ ਆ ਰਹੇ ਹਾਂ, ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹੇ ਹੈ, ਉੱਥੇ ਗਰੀਬ ਹੁੰਦਾ ਸਰਕਾਰੀ ਸਕੂਲਾਂ 'ਚ ਪੜ੍ਹਦਾ। ਜਿੰਨੀਆਂ ਵੀ ਪ੍ਰਾਈਵੇਟ ਕਾਲਜ ਹੈ, ਯੂਨੀਵਰਸਿਟੀਆਂ, ਮੈਡੀਕਲ ਕਾਲਜ ਹੈ, 33% ਸੀਟ ਰਿਜ਼ਰਵ ਹੋਣਗੀਆਂ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ। ਉਹਨਾਂ ਕਾਲਜਾਂ ਵਿੱਚ ਸਾਰੀ ਪੜ੍ਹਾਈ ਫ੍ਰੀ ਹੋਊਗੀ ਸਰਕਾਰੀ ਸਕੂਲ ਦੇ ਬੱਚਿਆਂ ਵਾਸਤੇ। ਕਿਉਂਕਿ ਅਸੀਂ ਨਹੀਂ ਕਰਦੇ। ਮੈਂ ਚਾਹੁੰਦਾ ਕਿ ਗਰੀਬ ਬੱਚਾ ਦਾ ਅੱਜ ਕੱਲ੍ਹ ਜ਼ਿੰਦਗੀ ਸੋਚ ਨਹੀਂ ਸਕਦਾ ਡਾਕਟਰ ਬਣਨਾ, ਮੈਂ ਬਣਾ ਕੇ ਦਿਖਾਊਂਗਾ। ਜਿਹੜੇ ਇੰਜੀਨੀਅਰ ਬਣਨਾ ਹੋਰ ਕੀ ਕਰੇ, ਸਰਕਾਰੀ ਸਕੂਲ ਦੇ ਪੜ੍ਹੇ ਆ, ਉਹਨਾਂ ਨੂੰ ਬਸ 12ਵੀਂ ਦੇ ਬਾਅਦ ਘਰੇ ਆ ਜਾਂਦੇ ਆ। ਜੇ ਉਹਨੇ ਲੰਬੀ ਯੂਨੀਵਰਸਿਟੀ ਜਾਣਾ ਹੈ, ਜਾਂ ਕੋਈ ਚਿਤਕਾਰਾ ਯੂਨੀਵਰਸਿਟੀ ਜਾਣਾ ਹੈ, ਜਾਂ ਕੋਈ ਹੋਰ ਕੋਈ ਥਾਪੜ ਯੂਨੀਵਰਸਿਟੀ ਕਾਲਜ ਜਾਣਾ ਹੈ, ਜਾਂ ਇੱਥੇ ਜਿੰਨੇ ਵੀ ਟੌਪ ਉਸਵਾਲ ਦੇ ਕਾਲਜ ਹੈ, ਜਾ ਨਹੀਂ ਸਕਦਾ, ਪੈਸੇ ਬਹੁਤ ਹੈ। ਪਰ 33% ਹੁਣ ਹਾਇਰ ਰਿਜ਼ਰਵ ਹੋਣਗੀਆਂ
वो बच्चों को ਅਸੀਂ ਕਰਕੇ ਉੱਥੇ ਉਹਨਾਂ ਨੇ ਆਪਣੀ ਹੋਊਗੀ ਤੇ ਸਾਰਾ ਖਰਚਾ ਉਹਨਾਂ ਦਾ ਪੰਜਾਬ ਸਰਕਾਰ ਦੇਊਗੀ। ਸੋ ਇਹ ਜਿਹੜੀਆਂ ਸਕੀਮਾਂ ਅਸੀਂ ਜਿਹੜੀ ਸੋਚੀ ਬੈਠੇ ਆ ਪ੍ਰੈਕਟੀਕਲ ਗੱਲਾਂ ਮੈਂ ਜੋ ਕੀਤੀਆਂ ਜੋ 13 ਪੁਆਇੰਟ ਪ੍ਰੋਗਰਾਮ ਕੀਤਾ ਪ੍ਰੈਕਟੀਕਲ ਹੈ, ਕੋਈ ਇਮੋਸ਼ਨਲ ਨਹੀਂ, ਪ੍ਰੈਕਟੀਕਲ ਹੈ, ਜਿੰਨਾ ਪੰਜਾਬ ਅੱਗੇ ਵੱਧ ਸਕੇ, ਆਪਣੀ ਜਨਰੇਸ਼ਨ ਅੱਗੇ ਵੱਧ ਸਕਣ। ਤੇ ਪ੍ਰੋਪਰਟੀਆਂ ਦਾ ਪਤਾ ਹੈ ਜਦੋਂ ਅਸੀਂ ਆਵਾਂਗੇ ਉਦੋਂ ਲੋਕਾਂ ਨੇ ਭਾਵੇਂ 5 ਸਾਲ ਹੋਰ ਬਰਬਾਦ ਕਰਨਾ ਤਾਂ ਤੁਸੀਂ ਕਿਸੇ ਹੋਰ ਨੂੰ ਵੋਟ ਪਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कैमरामैन सलमान के साथ राजेश मेहरा की रिपोर्ट, सिटी होम न्यूज़।